ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਉ, ਨਾਨਕ ਲੀਨ ਪਇਓ ਗੋਬਿੰਦ ਸਿਉ। ਜਿਉ ਪਾਣੀ ਸੰਗ ਪਾਣੀ, ਨਾਨਕ ਲੀਨ ਪਇਓ ਗੋਬਿੰਦ ਸਿਉ। ਜਿਉ ਪਾਣੀ ਸੰਗ ਪਾਣੀ, ਕੁੰਭੈ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੈ, ਗਿਆਨ ਕਾ ਬੱਧਾ ਮਨ ਰਹੈ। ਗੁਰ ਬਿਨ ਗਿਆਨ ਨਾ ਹੋਏ। ਕਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤੁਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਰੁਦਰ ਧਿਆਨ ਗਿਆਨ ਸਤਿਗੁਰ ਕੇ। ਕਬ ਜਨ ਭਾਲੇ ਉਨੈ ਜੋ ਗਾਵੈ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਣ ਆਵੈ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਣ ਆਵੈ। ਜਾਮ ਗੁਰੂ ਹੋਏ ਵਲ, ਤਨੈ ਕਿਆ ਗਾਰ ਵਧੀਜੈ। ਜਾਮ ਗੁਰੂ ਹੋਏ ਵਲ, ਲਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਏ ਵਲ, ਗਿਆਨ ਅਰ ਧਿਆਨ ਅਨਿਲ ਪਰ। ਜਾਮ ਗੁਰੂ ਹੋਏ ਵਲ, ਸ਼ਬਦ ਸਾਖੀ ਸੋ ਸਚੈ ਘਰ। ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮੈਂ ਧਰੈ, ਸੋ ਜਨਮ ਮਰਨ ਦੋਹੂੰ ਥੈ ਰਹੈ। ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮੈਂ ਧਰੈ, ਸੋ ਜਨਮ ਮਰਨ ਦੋਹੂੰ ਥੈ ਰਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ।
ਤੁਮਰੀ ਮਹਿਮਾ ਬਰਨ ਨਾ ਸਾਕੂੰ। ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਬਰਨ ਨਾ ਸਾਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਵਾਜ਼ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਚਰਨ ਸ਼ਰਨ ਵਿਖੇ ਹਜ਼ੂਰੀ ਵਿਖੇ ਗੋਦ ਵਿਖੇ ਜੁੜ ਬੈਠੇ ਸਨਮਾਨ ਔਰ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਸਤਿਗੁਰੂ ਜੀ ਨੇ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ ਔਰ ਸਾਨੂੰ ਆਪਣੀ ਪਾਵਨ ਔਰ ਸੁਭਾਗੀ ਗੋਦ ਦੀ ਦਾਤ ਹਜ਼ੂਰੀ ਔਰ ਚਰਨ ਸ਼ਰਨ ਦੀ ਦਾਤ ਬਖਸ਼ੀ ਔਰ ਗੁਰੂ ਕੇ ਦਰਬਾਰ ਦਾ ਆਨੰਦ ਮਾਣਦੇ ਹੋਏ, ਗੁਰ ਸੰਗਤ ਦਾ ਆਨੰਦ ਮਾਣਦੇ ਹੋਏ, ਗੁਰੂ ਘਰ ਦੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਪਾਵਨ ਔਰ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਕਿਉਂਕਿ ਅੱਜ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਿਵਸ ਹੈ, ਸੋ ਇਸੇ ਦਿਨ ਨੂੰ ਮੁੱਖ ਰੱਖਦੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨਾਂ ਦੇ ਕੀਰਤਨ ਦੀ ਸਾਂਝ ਆਪ ਜੀ ਨੇ ਨਾਲ ਗੁਰੂ ਕੇ ਕੀਰਤਨੀਆਂ ਨੇ ਪਾਈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਕੀਰਤਨ ਉਪਰੰਤ ਆਓ ਵਿਚਾਰਾਂ ਦੀ ਆਰੰਭਤਾ ਕਰੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਅਦਬ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਮਰਦਾਸ ਸਾਹਿਬ ਅੱਜ ਦੇ ਦਿਨ ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆਪਣਾ ਸਰੀਰ ਰੂਪੀ ਝੋਲਾ ਛੱਡਿਆ, ਗੁਰੂ ਅਮਰਦਾਸ ਸਾਹਿਬ ਜੀ ਦੀ ਜਦੋਂ ਆਪਾਂ ਸਰੀਰਕ ਉਮਰ ਦੀ ਗੱਲ ਕਰੀਏ ਜਾਂ ਪ੍ਰਕਾਸ਼ ਦੀ ਗੱਲ ਕਰੀਏ, ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਬਾਨੀ, ਉਹਨਾਂ ਦਾ ਪਾਵਨ ਪ੍ਰਕਾਸ਼ ਹੋਇਆ 1469 'ਚ, ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਜੋ ਪ੍ਰਕਾਸ਼ ਹੈ ਉਹਨਾਂ ਤੋਂ 10 ਸਾਲ ਬਾਅਦ 1479 'ਚ ਹੋਇਆ। ਇੱਦਾਂ ਗੁਰੂ ਅਮਰਦਾਸ ਸਾਹਿਬ ਸਰੀਰਕ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 10 ਵਰ੍ਹੇ ਛੋਟੇ ਹਨ। ਵੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕੁੱਲ ਉਮਰ ਕਰੀਬਨ 70 ਸਾਲ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਕੁੱਲ ਉਮਰ ਕਰੀਬਨ 94 ਵਰ੍ਹੇ ਬਣਦੀ ਹੈ। ਹੁਣ ਵੇਖੋ, ਇਤਿਹਾਸ ਦਾ ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਸਰੀਰਕ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ, 4 ਗੁਰੂ ਸਾਹਿਬਾਨ ਸਰੀਰਕ ਰੂਪ ਦੇ ਵਿੱਚ ਮੌਜੂਦ ਹਨ, ਪਰ ਆਪਸ ਦੇ ਵਿੱਚ ਮਿਲਾਪ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 'ਚ ਹੋਇਆ
ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ 1479 'ਚ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਕਾਸ਼ 1504 'ਚ ਅਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ 1534 'ਚ ਹੋਇਆ। ਗੁਰੂ ਨਾਨਕ ਦੇਵ ਮਹਾਰਾਜ 1539 'ਚ ਜੋਤੀ ਜੋਤ ਸਮਾਏ ਨੇ। ਕਹਿਣ ਦਾ ਭਾਵ ਉਦੋਂ ਪਹਿਲਾਂ ਸਰੀਰ ਕਰਕੇ 4 ਪਾਤਸ਼ਾਹੀਆਂ ਮੌਜੂਦ ਹਨ, ਪਰ ਗੁਰੂ ਕਿਹੜੇ ਨੇ ਪ੍ਰਥਮ? ਗੁਰੂ ਨਾਨਕ ਸਾਹਿਬ, ਕਿਉਂਕਿ ਜੋਤ ਉਹਨਾਂ ਦੇ ਅੰਦਰ ਵਰਤੀ। ਫਿਰ ਗੁਰੂ ਅੰਗਦ ਦੇਵ ਮਹਾਰਾਜ, ਫਿਰ ਗੁਰੂ ਅਮਰਦਾਸ, ਉਦੋਂ ਬਾਅਦ ਗੁਰੂ ਰਾਮਦਾਸ ਗੁਰਗੱਦੀ ਦੇ ਤਖਤ 'ਤੇ ਬਿਰਾਜਮਾਨ ਸੁਭਾਏਮਾਨ ਹੋਏ। ਕਰੀਬਨ 62 ਵਰ੍ਹਿਆਂ ਦੀ ਉਮਰ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਅਮਰਦਾਸ ਸਾਹਿਬ ਜੀ ਪਹੁੰਚੇ ਹਨ। ਔਰ ਉਹ ਪਹੁੰਚੇ ਕਿਵੇਂ ਹਨ? ਪਹਿਲਾਂ ਤਾਂ ਹਰ ਸਾਲ ਗੰਗਾ ਦੀ ਯਾਤਰਾ ਜਾਇਆ ਕਰਦੇ ਸਨ, ਕਿਉਂਕਿ ਹਿੰਦੂ ਪਰਿਵਾਰ 'ਚ ਜਨਮ ਹੋਇਆ ਸੀ ਅਤੇ ਜੋ ਪਰਿਵਾਰ 'ਚ ਚੱਲਦਾ ਸੀ ਉਸੇ ਰੀਤ ਨੂੰ ਇਹਨਾਂ ਨੇ ਅੱਗੇ ਤੋਰ ਤਾਂ ਭਾਵੇਂ ਦਿੱਤਾ, ਪਰ ਮਨ ਨੂੰ ਟਿਕਾ ਨਹੀਂ ਸੀ, ਮਨ ਨੂੰ ਚੈਨ ਨਹੀਂ ਸੀ, ਮਨ ਨੂੰ ਸ਼ਾਂਤੀ ਨਹੀਂ ਸੀ ਉਹਨਾਂ ਕਰਮਾਂ ਜਾਂ ਕਰਮ ਕਾਂਡਾਂ ਦੇ ਨਾਲ। ਮਨ ਕੁਝ ਹੋਰ ਭਾਲਦਾ ਸੀ। ਮਨ ਇੱਕ ਪਰਮ ਰਸ ਤੱਕ, ਪਰਮ ਆਨੰਦ ਤੱਕ ਪਹੁੰਚਣਾ ਚਾਹੁੰਦਾ ਸੀ, ਜਿਸ ਪਰਮ ਆਨੰਦ ਤੱਕ 62 ਸਾਲਾਂ ਦੇ ਕਰਮ ਕਾਂਡ ਵੀ ਨਹੀਂ ਪਹੁੰਚਾ ਸਕੇ। ਜਿਹੜੀ ਗੱਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹੀ ਹੈ, ਉਹ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਨਿਚੋੜ ਹੈ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ, ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਬਿਬੇਕ। ਖੈਰ, ਅਮਰਦਾਸ ਸਾਹਿਬ ਬੜੀ ਵਾਰ ਗੰਗਾ ਦੀ ਯਾਤਰਾ ਗਏ, ਪਰ ਮਨ ਸੰਤੁਸ਼ਟ ਨਹੀਂ ਹੈ। ਇੱਕ ਮਹਾਤਮਾ ਦੀ ਇੱਦਾਂ ਹੀ ਸੰਗਤ ਮਿਲ ਗਈ ਅਤੇ ਉਹਦੇ ਨਾਲ ਗੱਲਾਂ ਬਾਤਾਂ ਕਰਦਿਆਂ ਜਦੋਂ ਅਮਰਦਾਸ ਸਾਹਿਬ ਨੇ ਇਹ ਦੱਸਿਆ ਕਿ ਮੈਂ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਹੈ, ਅਤੇ ਉਸ ਮਹਾਤਮਾ ਨੇ ਇਸ ਚੀਜ਼ ਦਾ ਬੜਾ ਬੁਰਾ ਮਨਾਇਆ ਕਿ ਨਿਗੁਰੇ ਦਾ ਤੇ ਨਾਂ ਲੈਣਾ ਵੀ ਮਾੜਾ, ਤੇ ਤੂੰ ਨਿਗੁਰਾ, ਤੇ ਤੇਰੀ ਨਿਗੁਰੇ ਦੀ ਸੰਗਤ ਕਰਕੇ ਤਾਂ ਮੇਰਾ ਵੀ ਜਨਮ ਭ੍ਰਿਸ਼ਟ ਹੋ ਗਿਆ। ਉਹਨੇ ਅਮਰਦਾਸ ਤੋਂ ਕਿਨਾਰਾ ਕਰ ਲਿਆ। ਇਹ ਚੀਜ਼ ਹੁਣ ਬਾਬਾ ਅਮਰਦਾਸ ਜੀ ਦੇ ਮਨ 'ਤੇ ਬੜੀ ਗਹਿਰੀ ਚੋਟ ਵੱਜੀ ਕਿ ਠੀਕ ਹੈ, ਕਰਮ ਤਾਂ ਆਪਣੀ ਜਗ੍ਹਾ 'ਤੇ, ਪਰ ਮੈਂ ਗੁਰੂ ਵਾਲਾ ਨਹੀਂ ਬਣਿਆ, ਅਤੇ ਹੋ ਸਕਦਾ ਹੈ ਜਿਹੜਾ ਆਨੰਦ ਅਤੇ ਪਰਮ ਰਸ ਮੈਂ ਚਾਹੁੰਦਾ ਹਾਂ ਉਹ ਤਾਂ ਹੀ ਪ੍ਰਾਪਤ ਨਾ ਹੋਇਆ ਹੋਵੇ, ਕਿਉਂਕਿ ਗੁਰੂ ਵਾਲਾ ਤਾਂ ਬਣਿਆ ਹੀ ਨਹੀਂ ਹਾਂ। ਮਨ ਬੜਾ ਬੇਚੈਨ, ਅਤੇ ਘਰ 'ਚ ਹਨ, ਰਾਤੀ ਨੀਂਦਰ ਵੀ ਨਹੀਂ ਆਉਂਦੀ ਹੈ, ਮਨ ਉਹਨਾਂ ਸੋਚਾਂ 'ਚ ਲੱਗਿਆ ਹੈ। ਅੰਮ੍ਰਿਤ ਵੇਲੇ ਦਾ ਸਮਾਂ, ਅਤੇ ਗੁਰੂ ਅਮਰਦਾਸ ਸਾਹਿਬ ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ ਹਨ ਬੀਬੀ ਅਮਰੋ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਧੀ ਪੁੱਤਰੀ। ਹੁਣ ਵੇਖੋ, ਠੀਕ ਹੈ, ਸਮਾਜ ਅੰਦਰ ਕੁਝ ਈਰਖਾਲੂ ਲੋਕ ਜਾਂ ਜਿਨ੍ਹਾਂ ਦੀ ਨਜ਼ਰ ਦੇ ਵਿੱਚ ਬਰਾਬਰਤਾ ਵਾਲੀ ਬਿਰਤੀ ਨਹੀਂ ਹੈ, ਉਹ ਬਹੁਤ ਕੁਝ ਇਸਤਰੀ ਪ੍ਰਤੀ ਕਹਿੰਦੇ ਹਨ, ਪਰ ਗੁਰੂ ਨਾਨਕ ਦੇ ਘਰ ਦੀ ਇਹ ਵਡਿਆਈ ਮਹਾਰਾਜ ਨੇ ਕਿਹਾ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਉਹ ਧੀ ਬੱਚੀ ਮਾੜੀ ਨਹੀਂ ਹੈ, ਉਹ ਤੇ ਰਾਜਿਆਂ ਮਹਾਰਾਜਿਆਂ ਦੀ ਜਨਨੀ ਹੈ। ਇਸ 'ਤੇ ਜਿਹੜੇ ਘਰ 'ਚ ਉਹਨੇ ਜਨਮ ਲਿਆ ਹੈ ਉਸ ਘਰ ਨੂੰ ਤੇ ਉਹ ਸਵਾਰਦੀ ਅਤੇ ਉਧਾਰਦੀ ਹੈ, ਉਹ ਨਾਲ ਜਿਹੜੇ ਘਰ ਵਿਆਹ ਕੇ ਜਾਂਦੀ ਹੈ ਉਸ ਘਰ ਦਾ ਵੀ ਪਾਰ ਉਤਾਰਾ ਕਰ ਦਿੰਦੀ ਹੈ। ਗੁਰੂ ਘਰ ਤੋਂ ਬੀਬੀ ਅਮਰੋ ਨੇ ਚੰਗੀ ਸਿੱਖਿਆ ਲਈ, ਉਹ ਸਿੱਖਿਆ ਨੂੰ ਆਪਣੇ ਸਹੁਰੇ ਘਰ ਵੀ ਨਾਲ ਲੈ ਕੇ ਗਏ। ਬਾਣੀ ਦੀ ਰੰਗਤ ਸੀ ਉਹਨਾਂ ਦੇ ਮਨ, ਉਹਨਾਂ ਦੇ ਜੀਵਨ 'ਤੇ। ਅਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ, ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਜਿਹਦੇ ਅੰਦਰ ਕੋਈ ਰਸ ਹੋਵੇ ਉਹਦਾ ਬੋਲ ਦੂਜੇ 'ਤੇ ਅਸਰ ਕਰਦਾ, ਪ੍ਰਭਾਵ ਪਾਉਂਦਾ ਹੈ। ਅੱਜ ਅੰਮ੍ਰਿਤ ਵੇਲੇ ਦਾ ਸਮਾਂ, ਬੀਬੀ ਅਮਰੋ ਬਾਣੀ ਪੜ੍ਹ ਰਹੇ ਨੇ,
करनी कागद मन मसवाणी, बुरा भला दोए लेख पए, ज्यों ज्यों किरत चलाए त्यों चलिए, तौ गुण नाही अंत हरे चित चेतस की, नहीं बावरिया हर बिसरत तेरे गुण गलिया। हुण वेखो ये पहली बार कोई बीबी अमरो उदन बाणी नहीं सी पढ़ रहे। बाणी तो पहला भी बीबी अमर रोज पढ़िया करते सन, पर अमरदास दा मन जग्यासू नहीं सी, मन नूं प्यास नहीं सी, मन दा उधर ध्यान नहीं सी। आवाज़ तां हो सकदा रोज कन्नी पैंदी होवे, पर कदे ध्यान दे के सुनिया ही नहीं सी कि ये मेरी भतीज नूं मेरी धी की पढ़दी है। अज वो बचना दा तीर मन ते वजिया है। जदों थोड़ा ध्यान दे के बाणी नूं सुनिया, बड़ा रस बड़ा आनंद आया, ते फिर पुछया धीए ये किहदे बचन तू पढ़ रही है? उन्हां दस्सिया ये गुरु नानक देव महाराज जी की पावन बाणी है, जिन्हां दी गद्दी ते मेरे पिता गुरु अंगद साहब सुभाएमान हैं। उतों फिर बीबी अमरो दे राही अमरदास गुरु अंगद देव महाराज जी की शरण च गए। कुड़मचारी नूं सामने नहीं रखिया, सेवक बन के गुरु के दरबार च गए, ते करीबन 11-12 साल बजुर्गी की उम्र दे विच उन्हां ने सेवा की है। जिन्हां दे अंदर खिच होवे तांग होवे, वो फिर ये परवाह नहीं करते कि मेरा शरीर बिरध है। जिवें भाई वीर सिंह ने बड़े प्यारे बोल लिखे हैं कि सीने खिच जिन्हां ने खाधी वो घर आराम नहीं बहिंदे। महाराज कहते गुरमुख बुढ़े कदे नाही, जिन्हां अंतर सुरत ज्ञान। एक चाहना सी, एक खिच सी, एक प्यास सी अमरदास दे अंदर। गुरु घर की सेवा च लगे ते गुरु अंगद देव महाराज जी दियां रहमतां बख्शिशां वरतियां। अमरदास नूं ओ आनंद सकून मिलिया जिहड़ा 62 सालां दे कर्म कांडां दे विचों भी नहीं सी मिलिया। सतगुरां ने तुरुठ के वडियाई बख्शी, गुरगद्दी दी दात बख्शी, ते गुरु अमरदास साहब गुरगद्दी दे तख्त ते सुभाएमान होए। उन्होंने फिर आप अपने जीवन का अनुभव सानू दर्शाया कि आनंद भया मेरी माए सतगुरु मैं पाया। कर्मकांड पहला भी बड़े कीते सन, पर वो आनंद नहीं सी। वो पहला कर्मकांड केड़े करते सन जेड़े उन्हां दी कुल दे विच कर्मकांड चलते आ रहे सन। हुण तुम स्यों जोर अवर संग तोरी वाली जदों बिरती बन गई, गुरु अंगद गुरु नानक दे नाल घर दे नाल जदों जुड़ गए, उधर दे कर्म कांडां वाले पास्यों मन नूं तोड़ दिता। मन उस सिखर ते पहुँच गया जिथे वो आप कहते हैं कि आनंद भया मेरी माए सतगुरु। आनंद सुनो वड भागीओ सगल मनोरथ पूरे, पार ब्रह्म प्रभ पाया उतरे सगल वसूरे। हुण वेखो ये अवस्था कदों बनी? जदों गुरु जोत अंदर वरती, जदों गुरु की रहमत उपर हो गई, फिर वो इस अवस्था ते पहुँचे। उदों बाद फिर गुरु अमरदास साहब ने गुरु नानक दे घर दियां मर्यादावां दा, परंपरावां दा, सिद्धांतां दा, बाणी दा अगे प्रचार ते प्रसार किया है। ते गुरु नानक जी दे सिद्धांतां नूं होर दूर दूर तक फैलाण दे लई उन्हां ने बड़े सिस्टमैटिकल तरीके दे नाल अगे प्रचार प्रसार किया। वख वख प्रचार दे केंद्र स्थापित कीते, छोटे केंद्र भी ते वड्डे केंद्र भी। केंद्रां तों अगे उप केंद्र उन्हां ने स्थापित कीते, जिन्हां नूं इतिहास ने 22 मंजियां ते 52 पीढ़ियां दा नाम दिता है। 22 मुख केंद्र सन, उदों बाद 52 उप केंद्र सन सिੱਖੀ ਦੇ प्रचार ते प्रसार दे लई। धन गुरु अमरदास साहब जी ने एक किरपा की, क्योंकि वो समा ऐसा सी जदों कुछ गुरु घर दे विरोधी लोग बहुत एक्टिव हो चुके सन, ते गुरबाणी वर्गे उन्होंने अपनियां कवितावां भी रचनियां शुरू कीतियां सन, जिस करके सतगुरां नूं ये भी समझाउणा पिया कि आवो सिख सतगुरु के प्यारिओ गावो सच्ची बाणी। और नाल दूजा पक्ष भी उन्होंने कहा सतगुरु बिना होर कच्ची है बाणी,
ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਭਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕੁਝ ਲੋਕ ਐਸੇ ਸਨ ਕਿਉਂਕਿ ਗੁਰੂ ਅਮਰਦਾਸ ਸਾਹਿਬ ਨੇ ਬੜੇ ਕ੍ਰਾਂਤੀਕਾਰੀ ਕਦਮ ਚੁੱਕੇ ਹਨ। ਜਾਤ ਪਾਤ ਦੇ ਕੋੜ ਨੂੰ ਸਮਾਜ 'ਚੋਂ ਖਤਮ ਕਰਨ ਦੇ ਲਈ ਉਹਨਾਂ ਨੇ ਕਿਹਾ ਪਹਿਲਾਂ ਪੰਗਤ ਤੇ ਫਿਰ ਸੰਗਤ। ਹੁਣ ਵੇਖੋ ਅੱਜ ਦਾ ਸਮਾਂ ਬੜਾ ਬਦਲ ਚੁੱਕਿਆ ਹੈ। ਪਹਿਲਾਂ ਸਮਾਂ ਹੋਰ ਸੀ। ਅੱਜ ਆਪਾਂ ਕੇਵਲ ਸਰੀਰ ਦੀ ਭੁੱਖ ਨੂੰ ਬੜੀ ਅਹਿਮੀਅਤ ਦਿੰਦੇ ਹਾਂ। ਗੁਰੂ ਕੇ ਦੀਵਾਨ ਦਰਬਾਰ ਚੱਲਦੇ ਨੇ 2 ਘੰਟੇ 4 ਘੰਟੇ ਤੇ ਆਪਾਂ 5 7 20 50 ਬੰਦੇ ਬੈਠੇ ਹੁੰਦੇ ਆ, ਤੇ ਜਦੋਂ ਬਾਹਰ ਲੰਗਰ ਚੱਲਦਾ ਹੈ ਤੇ ਉਦੋਂ ਬੜਾ ਔਖਾ ਕਰ ਸਾਰਾ ਪ੍ਰਬੰਧ ਸੰਭਾਲਣਾ ਪੈਂਦਾ। ਪਤਾ ਨਹੀਂ ਕਿੱਧਰੋਂ ਹਜ਼ਾਰਾਂ ਦੀ ਭੀੜ ਪਹੁੰਚ ਜਾਂਦੀ। ਕਾਰਨ ਕੀ ਹੈ ਕਿ ਉਹ ਪ੍ਰਸ਼ਾਦੇ ਦੀ ਭੁੱਖ ਤਾਂ ਬੜੀ ਹੈ, ਲੰਗਰ ਦੀ ਭੁੱਖ ਤੇ ਸ਼ਬਦ ਬਾਣੀ ਤੇ ਗਿਆਨ ਦੀ ਭੁੱਖ ਨਹੀਂ ਹੈ ਅੱਜ। ਪਰ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਵੇਖੋ ਉਧਰ ਦੇ ਲੰਗਰ ਨੂੰ ਘੱਟ ਤਵੱਜੋ ਦਿੱਤੀ ਜਾਂਦੀ ਸੀ। ਗਿਆਨ ਦੇ ਭੁੱਖੇ ਬਹੁਤੇ ਸਨ ਲੋਕ, ਤੇ ਜਿਨ੍ਹਾਂ ਦੇ ਮਨ ਅੰਦਰ ਕੋਈ ਜਾਤ ਪਾਤ ਦਾ ਕੋੜ ਸੀ, ਭਰਮ ਸੀ, ਉਹ ਵੀ ਗੁਰੂ ਦਰਬਾਰ ਦੇ ਵਿੱਚ ਆਇਆ ਕਰਦੇ ਸਨ ਗਿਆਨ ਲੈਣ ਦੇ ਲਈ, ਗਿਆਨ ਭਰਪੂਰ ਵਿਚਾਰਾਂ ਸੁਣਨ ਦੇ ਲਈ। ਤੇ ਉਹ ਲੋਕ ਪੰਗਤ 'ਚ ਨਹੀਂ ਬਹਿੰਦੇ ਸਨ ਕਿ ਉੱਥੇ ਤੇ ਨਾਲ ਸ਼ੂਦਰ ਵੀ ਬਹਿ ਕੇ ਖਾ ਰਹੇ ਹੁੰਦੇ, ਜਾਂ ਪਤਾ ਨਹੀਂ ਕਿਹੜਾ ਸ਼ੂਦਰ ਬਣਾ ਰਿਹਾ ਹੋਏਗਾ ਤੇ ਅਸੀਂ ਵੀ ਭਿੱਟੇ ਜਾਵਾਂਗੇ, ਕਿਉਂਕਿ ਉਹਨਾਂ ਦੇ ਮਨ 'ਚ ਜਾਤ ਪਾਤ ਦਾ ਭਰਮ ਸੀ। ਗੁਰੂ ਘਰ ਵਿਖੇ ਤੇ ਇਹ ਭਰਮ ਹੈ ਕੋਈ ਨਹੀਂ ਹੈ। ਉੱਥੇ ਫਿਰ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਪਹਿਲਾਂ ਪੰਗਤ ਫਿਰ ਸੰਗਤ। ਤੇ ਜੇ ਆਪਾਂ ਅੱਜ ਇਹ ਚੀਜ਼ ਪੱਕੀ ਕਰ ਦਈਏ ਕਿ ਪਹਿਲਾਂ ਪੰਗਤ ਤੇ ਫਿਰ ਸੰਗਤ, ਫਿਰ ਤੇ ਪੰਗਤ 'ਚੋਂ ਹੀ ਸਾਰੇ ਘਰਾਂ ਨੂੰ ਪਰਤਦੇ ਜਾਣ, ਸੰਗਤ ਵਾਲੇ ਪਾਸੇ ਤੇ ਵਿਰਲੇ ਟਾਵੇਂ ਹੀ ਆਉਣ। ਉਹ ਸਮਾਂ ਵੇਖੋ ਸੰਗਤ 'ਚ ਆਉਣ ਦੇ ਲਈ ਮਹਾਰਾਜ ਨੇ ਇਹ ਚੀਜ਼ ਨੂੰ ਪੱਕਾ ਕਰ ਦਿੱਤਾ ਕਿ ਪਹਿਲਾਂ ਪੰਗਤ ਤੇ ਫਿਰ ਸੰਗਤ। ਤੇ ਇਹਦਾ ਕਾਰਨ ਕੀ ਸੀ ਇਸ ਚੀਜ਼ ਦਾ ਕਿ ਜਿਨ੍ਹਾਂ ਦੇ ਮਨ 'ਚ ਜਾਤ ਪਾਤ ਦਾ ਹੰਕਾਰ ਹੈ ਕਿ ਮੈਂ ਨੀਵੀਂ ਜਾਤੀ ਵਾਲੇ ਦੇ ਬਰਾਬਰ ਨਹੀਂ ਬਹਿਣਾ, ਉਹਨੂੰ ਇਹ ਦ੍ਰਿੜ ਕਰਨਾ ਕਿ ਇੱਥੇ ਕੋਈ ਨੀਵਾਂ ਨਹੀਂ ਹੈ, ਕੋਈ ਉੱਚਾ ਨਹੀਂ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ, ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਹਿਣ ਦਾ ਭਾਵ ਕਿ ਜਾਤ ਪਾਤ ਦੇ ਕੋੜ ਨੂੰ ਖਤਮ ਕਰਨ ਦਾ ਗੁਰੂ ਅਮਰਦਾਸ ਜੀ ਨੇ ਉਦਮ ਕੀਤਾ, ਯਤਨ ਕੀਤਾ। ਉਦੋਂ ਬਿਨਾਂ ਸਾਡੇ ਸਮਾਜ ਅੰਦਰ ਇੱਕ ਹੋਰ ਬੜਾ ਵੱਡਾ ਕੋੜ ਸੀ। ਇੱਕ ਤੇ ਇਸਤਰੀ ਨੂੰ ਘੁੰਡ ਕੱਢਣ ਦੀ ਜਿਹੜੀ ਪਰੰਪਰਾ ਹੁਣ ਹੀ ਕੁਝ ਘਟੀ ਹੈ ਜਾਗ੍ਰਿਤੀ ਤੋਂ ਆਉਣ ਕਰਕੇ, ਉਸ ਸਮੇਂ ਬਹੁਤ ਜ਼ਿਆਦਾ ਸੀ। ਇਸਤਰੀ ਨੂੰ ਪਰਦੇ 'ਚ ਹੀ ਰਹਿਣਾ ਪੈਂਦਾ ਸੀ। ਗੁਰੂ ਮਹਾਰਾਜ ਨੇ ਇਹ ਘੁੰਡ ਪ੍ਰਥਾ ਦੇ ਵਿਰੁੱਧ ਵੀ ਕਿਹਾ ਕਿ ਨਹੀਂ, ਇੱਦਾਂ ਦਾ ਪਰਦਾ ਪ੍ਰਵਾਨ ਨਹੀਂ ਹੈ। ਫਿਰ ਇਸ ਪਤੀ ਨੇ ਮਰਨਾ ਤੇ ਪਤਨੀ ਨੂੰ ਜਿਉਂਦੀ ਨੂੰ ਚਿਖਾ ਤੇ ਸੁੱਟ ਕੇ ਸਾੜ ਦਿੱਤਾ ਜਾਂਦਾ ਸੀ, ਜਿਹਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ। ਪਤਨੀ ਮਰੇ ਤੇ ਪਤੀ ਨੂੰ ਦੂਜਾ ਵਿਆਹ ਕਰਾਉਣ ਦਾ ਵੀ ਹੱਕ, ਤੇ ਜੇ ਪਤੀ ਮਰ ਗਿਆ ਤੇ ਪਤਨੀ ਨੇ ਦੂਜਾ ਵਿਆਹ ਤਾਂ ਕੀ ਕਰਾਉਣਾ, ਉਹਨੂੰ ਜੀਣ ਤੱਕ ਦਾ ਹੱਕ ਨਹੀਂ ਸੀ। ਜਿਉਂਦਿਆਂ ਚਿਖਾ ਤੇ ਸੁੱਟ ਕੇ ਸਾੜ ਦਿੱਤਾ ਜਾਂਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਵੀ ਇਸ ਸਮਾਜ ਦੀ ਕੁਰੀਤੀ ਵਿਰੁੱਧ ਪ੍ਰਚਾਰ ਕੀਤਾ। ਤੇ ਜਦੋਂ ਸਤਿਗੁਰਾਂ ਦੀ ਮੁਲਾਕਾਤ ਹੋਈ ਅਕਬਰ ਬਾਦਸ਼ਾਹ ਦੇ ਨਾਲ, ਉਹਨੇ ਕਿਹਾ ਮਹਾਰਾਜ ਮੈਂ ਗੁਰੂ ਘਰ ਦੇ ਨਾਮ ਤੇ ਲੰਗਰਾਂ ਦੇ ਲਈ ਜ਼ਮੀਨ ਜਾਗੀਰ ਲਾਉਣਾ ਚਾਹੁੰਦਾ। ਮਹਾਰਾਜ ਕਹਿਣ ਲੱਗੇ ਸਾਨੂੰ ਗੁਰੂ ਨਾਨਕ ਦੇ ਘਰ ਦੇ ਲੰਗਰਾਂ ਨੂੰ ਕਿਸੇ ਜਾਗੀਰ ਦੀ ਲੋੜ ਨਹੀਂ। ਇਹ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤੁਹਾਡੇ ਦਰਬਾਰ 'ਚ ਆਇਆ ਹਾਂ, ਕੋਈ ਨਾ ਕੋਈ ਸੇਵਾ ਤਾਂ ਦੱਸੋ। ਤੇ ਮਹਾਰਾਜ ਕਹਿਣ ਲੱਗੇ ਜੇ ਸੇਵਾ ਕਰਨੀ ਹੈ ਫਿਰ ਮਨੁੱਖਤਾ ਦੀ ਸੇਵਾ ਕਰ। ਵੇਖ ਤੇਰੀ ਹਕੂਮਤ ਤੇਰੇ ਰਾਜ ਅੰਦਰ ਕਿੱਦਾਂ ਧੱਕਾਜੋਰੀ ਹੁੰਦੀ ਪਈ ਹੈ। ਜਿਉਂਦੀਆਂ ਇਸਤਰੀਆਂ ਨੂੰ ਚਿਖਾ ਤੇ ਸੁੱਟ ਕੇ ਸਾੜਿਆ ਜਾ ਰਿਹਾ ਹੈ। ਜੇ ਕੁਝ ਕਰਨਾ ਹੈ ਤੇ ਇਹ ਸਤੀ ਪ੍ਰਥਾ ਦੇ ਵਿਰੁੱਧ ਕਾਨੂੰਨ ਤਿਆਰ ਕਰੋ, ਇਹਨੂੰ ਸਖਤੀ ਦੇ ਨਾਲ ਸਮਾਜ ਦੀ ਇਸ ਕੁਰੀਤੀ ਨੂੰ ਖਤਮ ਕਰੋ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮਾਂ ਤੇ ਫਿਰ ਅਕਬਰ ਬਾਦਸ਼ਾਹ ਨੇ ਇਸ ਕੁਰੀਤੀ ਦੇ ਵਿਰੁੱਧ ਕਾਨੂੰਨ ਵੀ ਬਣਾਇਆ ਤੇ ਸਖਤੀ ਦੇ ਨਾਲ ਇਸ ਕੁਰੀਤੀ ਨੂੰ ਖਤਮ ਕਰਨ ਦਾ ਯਤਨ ਵੀ ਕੀਤਾ। ਸੋ ਇੱਦਾਂ ਦੇ ਬਹੁਤ ਕਾਰਜ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਅੰਦਰ ਕੀਤੇ। ਬਾਣੀ ਦਾ ਸੱਚ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਅਖੀਰ ਉਹ ਸਮਾਂ ਆਇਆ ਮਹਾਰਾਜ ਜੀ ਦਾ ਸਰੀਰ ਰੂਪੀ ਚੋਲਾ ਛੱਡਣ ਦਾ। ਅੱਜ ਦੇ ਦਿਨ 2 ਦਿਨ ਪਹਿਲਾਂ ਮਹਾਰਾਜ ਨੇ ਗੁਰਗੱਦੀ ਦੀ ਦਾਤ ਭਾਈ ਜੇਠੇ ਨੂੰ ਦਿੱਤੀ ਹੈ,
परखण तो ਪ੍ਰੀਖਿਆ ਲੈਣ ਤੋਂ ਉਪਰੰਤ ਕੱਲ ਵੀ ਆਪਾਂ ਬਚਨ ਵਿਚਾਰੇ ਸਨ ਕਿ ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਉਦੋਂ ਬਾਅਦ ਫਿਰ ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ। ਗੁਰੂ ਅਮਰਦਾਸ ਮਹਾਰਾਜ ਨੇ ਜਿਉਂਦਿਆਂ ਤੇ ਜੀਵਨ ਦੀ ਸਾਨੂੰ ਮਰਿਆਦਾ ਤੇ ਦ੍ਰਿੜ ਕਰਵਾਈ। ਇਹ ਵੀ ਦ੍ਰਿੜ ਕਰਾਇਆ ਕਿ ਜੇ ਕੋਈ ਪ੍ਰਾਣੀ ਘਰ 'ਚ ਚੜ੍ਹਾਈ ਕਰਦਾ ਹੈ ਤੇ ਫਿਰ ਗੁਰਮਤਿ ਦੀ ਮਰਿਆਦਾ ਕੀ ਹੈ। ਔਰ ਦੂਜੇ ਨੂੰ ਉਪਦੇਸ਼ ਦੇਣਾ ਬੜਾ ਸੌਖਾ। ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਆਪਣੇ ਤੇ ਕਮਾਉਣ ਦੀ, ਤੇ ਮਹਾਰਾਜ ਨੇ ਫਿਰ ਉਹ ਚੀਜ਼ ਆਪਣੇ ਤੇ ਕਮਾ ਕੇ ਇਹ ਉਪਦੇਸ਼ ਦਿੱਤਾ। ਉਹ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦੇ ਉਹ ਅਖੀਰਲੇ ਉਪਦੇਸ਼ਾਂ ਨੂੰ ਕਲਮਬੰਦ ਕੀਤਾ। ਬਾਣੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ ਸਦ। ਉੱਥੇ ਬਚਨ ਅੰਕਿਤ ਹਨ ਕਿ ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ। ਉਹਨਾਂ ਕਿਹਾ ਹੁਣ ਅਸੀਂ ਜਾਣਾ, ਸਰੀਰ ਛੱਡਣਾ ਹੈ, ਪਰ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ। ਕਿਸੇ ਨੇ ਰੋਣਾ ਨਹੀਂ ਹੈ, ਕਿਉਂਕਿ ਆਵਣ ਜਾਣਾ ਹੁਕਮ ਤਿਸੇ ਕਾ ਹੁਕਮ ਹੈ ਬੁੱਝ ਸਮਾਵਾਂਗੇ। ਠੀਕ ਹੈ, ਵਲਵਲੇ ਹੁੰਦੇ ਹਨ, ਕੁਝ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਆਪਣੇ ਆਪ ਅੰਦਰ ਤੋਂ ਪ੍ਰਗਟ ਹੁੰਦੀਆਂ ਹਨ। ਕੋਈ ਸਮਾਂ ਐਸਾ ਹੁੰਦਾ ਹੈ ਖੁਸ਼ੀ ਆਪਣੇ ਆਪ ਅੰਦਰ ਤੋਂ ਪ੍ਰਗਟ ਹੁੰਦੀ ਹੈ, ਕੋਈ ਸਮਾਂ ਐਸਾ ਹੁੰਦਾ ਹੈ ਗਮ ਰੋਣਾ ਆਪਣੇ ਆਪ ਅੰਦਰ ਤੋਂ ਪ੍ਰਗਟ ਹੁੰਦਾ ਹੈ। ਪਰ ਬਹੁਤ ਲੋਕ ਐਸੇ ਜਿਹੜੇ ਰੋਣ ਦਾ ਪਖੰਡ ਕਰਦੇ ਹਨ, ਬੜੇ ਲੋਕ ਐਸੇ ਹੁੰਦੇ ਹਨ, ਕਿਉਂਕਿ ਅਸਲ ਦੇ ਵਿੱਚ ਵੇਖੋ ਦੁੱਖ ਕੇਵਲ ਉਸੇ ਨੂੰ ਲੱਗਦਾ ਹੈ ਜਿਨ੍ਹਾਂ ਦੇ ਘਰ ਦਾ ਜੀ ਜਾ ਰਿਹਾ ਹੈ। ਬਾਕੀ ਡਰਾਮੇਬਾਜ਼ੀ ਕਰਨ ਵਾਲੇ ਜਿੰਨੇ ਮਰਜ਼ੀ ਕਰੇ ਜਾਣ। ਤੇ ਪੁਰਾਣੇ ਸਮਿਆਂ ਦੇ ਵਿੱਚ ਤੇ ਜਿਵੇਂ ਵਿਆਹ ਸਮੇਂ ਲੋਕ ਗਾਉਣ ਦੇ ਲਈ ਸੱਦਦੇ ਨੇ, ਕਿਸੇ ਦੀ ਮੌਤ ਹੁੰਦੀ ਸੀ ਨੈਣਾ ਨੂੰ ਰੋਣ ਦੇ ਲਈ ਵੀ ਸੱਦਿਆ ਜਾਂਦਾ ਸੀ। ਮਹਾਰਾਜ ਨੇ ਇਹਨਾਂ ਚੀਜ਼ਾਂ, ਇਹਨਾਂ ਕੁਰੀਤੀਆਂ ਤੋਂ ਸਾਨੂੰ ਬਾਹਰ ਕੱਢਿਆ ਕਿ ਇੱਦਾਂ ਦੇ ਡਰਾਮਿਆਂ ਪਖੰਡਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਬਾਕੀ ਅਵਰ ਮੂਏ ਕਿਆ ਰੋਈਆ ਜੋ ਆਪਾ ਥਿਰ ਨਾ ਰਹਾਏ। ਕੀ ਕਰਨਾ ਹੈ? ਮਹਾਰਾਜ ਕਹਿਣ ਲੱਗੇ ਮੈਂ ਪਿੱਛੇ ਕਰਿਓ ਕੀਰਤਨ ਕਰਿਓ ਨਿਰਵਾਣ ਜੀਓ, ਜਾਂ ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਹਰ ਨਾਮ ਪੜ੍ਹੀਏ ਹਰ ਨਾਮ ਸੁਣੀਏ ਬੇਬਾਨ, ਹਰ ਰੰਗ ਗੁਰ ਭਾਵੇ। ਪਰਮਾਤਮਾ ਦੇ ਨਾਮ ਦੀ ਕੀਰਤੀ ਕਰਨੀ, ਕੀਰਤਨ ਕਰਨਾ, ਕਥਾ ਕਰਨੀ, ਰੱਬੀ ਸਿਮਰਨ ਦੇ ਵਿੱਚ ਜੁੜਨਾ, ਹੋਰ ਕਿਸੇ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ। ਇਹ ਉਪਦੇਸ਼ ਦਿੰਦੇ ਹੋਏ ਗੁਰੂ ਰਾਮਦਾਸ ਸਾਹਿਬ ਨੂੰ ਗੁਰਗੱਦੀ ਦੀ ਦਾਤ ਉਹਨਾਂ ਨੇ ਬਖਸ਼ੀ, ਔਰ ਆਪ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਅੱਜ ਦੇ ਦਿਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਰੀਰ ਰੂਪੀ ਚੋਲਾ ਛੱਡਿਆ। ਬੇਅੰਤ ਵਡਿਆਈਆਂ ਨੇ ਗੁਰੂ ਅਮਰਦਾਸ ਸਾਹਿਬ ਦੀਆਂ। ਭੱਟ ਜੀ ਕਹਿੰਦੇ ਨਾ ਗਿਣੀਆਂ ਜਾਣ ਵਾਲੀਆਂ ਚੀਜ਼ਾਂ ਵੀ ਹੋ ਸਕਦਾ ਦੁਨੀਆ ਦਾ ਕੋਈ ਸਿਰੜੀ ਬੰਦਾ ਗਿਣ ਲਵੇ। ਘਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ। ਉਹ ਕਹਿੰਦੇ ਬਰਸਾਤ ਦੀਆਂ ਬੂੰਦਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਸੂਰਜ ਤੋਂ ਕਿੰਨੀਆਂ ਕਿਰਨਾਂ ਧਰਤੀ ਵੱਲ ਆ ਰਹੀਆਂ ਨੇ, ਕੋਈ ਗਿਣਤੀ ਨਹੀਂ ਕਰ ਸਕਦਾ। ਧਰਤੀ ਤੇ ਕੁੱਲ ਬਨਸਪਤੀ ਪੇੜ ਪੌਦੇ ਛੋਟੇ ਵੱਡੇ ਕਿੰਨੇ ਨੇ, ਕੋਈ ਗਿਣ ਨਹੀਂ ਸਕਦਾ। ਸਮੁੰਦਰ 'ਚ ਪਾਣੀ ਕਿੰਨਾ ਹੈ, ਕੋਈ ਮਿਣ ਨਹੀਂ ਸਕਦਾ। ਪਰ ਹੋ ਸਕਦਾ ਕੱਲ੍ਹ ਨੂੰ ਕੋਈ ਇੱਦਾਂ ਦਾ ਸਾਧਨ ਆ ਜਾਵੇ, ਇਹ ਚੀਜ਼ਾਂ ਵੀ ਕੋਈ ਗਿਣ ਲਵੇ। ਬਰਸਾਤ ਦੀਆਂ ਬੂੰਦਾਂ ਵੀ ਕੋਈ ਗਿਣ ਲਵੇ, ਕੋਈ ਧਰਤੀ ਦੀ ਕੁੱਲ ਬਨਸਪਤੀ ਵੀ ਗਿਣ ਲਵੇ, ਕੋਈ ਹੋ ਸਕਦਾ ਅਸਮਾਨ ਦੇ ਤਾਰੇ ਵੀ ਗਿਣ ਲਵੇ, ਤੇ ਸਮੁੰਦਰ ਦਾ ਪਾਣੀ ਵੀ ਮਿਣ ਲਵੇ। ਪਰ ਗੁਰੂ ਅਮਰਦਾਸ ਸਾਹਿਬ ਜਿੰਨਾ ਮਰਜ਼ੀ ਕੋਈ ਅੱਗੇ ਤੋਂ ਅੱਗੇ ਚਲਿਆ ਜਾਏ, ਪਰ ਤੁਹਾਡੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ ਪਾ ਸਕਦਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ। ਇਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਉਹਨਾਂ ਨੇ ਸਰੀਰ ਰੂਪੀ ਚੋੜਾ ਛੱਡਿਆ। ਸੋ ਸਤਿਗੁਰੂ ਮਿਹਰ ਕਰਨ, ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਉਪਦੇਸ਼ ਸੰਦੇਸ਼ ਸਾਡੇ ਹਿਰਦੇ 'ਚ ਵਸਣ, ਉਹਨਾਂ ਦਾ ਜੀਵਨ ਸਾਡੇ ਲਈ ਚਾਨਣ ਮੁਨਾਰਾ ਬਣੇ। ਆਪਾਂ ਗੁਰਮਤਿ ਦੇ ਧਾਰਨੀ ਬਣ ਕੇ ਜੀਵਨ ਨੂੰ ਸਫਲ ਬਣਾਈਏ। ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਸਹਿਸਕ੍ਰਿਤੀ ਦੇ 4 ਸ਼ਲੋਕ, ਉਦੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਸਹਿਸਕ੍ਰਿਤੀ ਬਾਣੀ ਦੇ 67 ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ।
ਇਸੇ ਲੜੀ ਅਧੀਨ ਅੱਗੇ ਮਹੱਲਾ ਪੰਜਵਾਂ ਗਾਥਾ ਬਾਣੀ ਹੈ। 24 ਸ਼ਲੋਕ ਇਸ ਬਾਣੀ ਦੇ ਔਰ 20 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਪਿਛਲੀਆਂ ਦੀਵਾਨਾਂ 'ਚ ਸ਼ਰਵਣ ਕੀਤੀ ਹੈ। ਇੱਦਾਂ ਕੁੱਲ 91 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਅੱਜ ਅਖੀਰਲੇ 4 ਸ਼ਲੋਕਾਂ ਦੀ ਵਿਚਾਰ ਕਰਕੇ ਆਪਾਂ ਇਸ ਬਾਣੀ ਦੀ ਵਿਚਾਰ ਦੀ ਸੰਪੂਰਨਤਾ ਕਰਾਂਗੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 21 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ, ਸਿਮਰਨੰ ਗੋਬਿੰਦ ਨਾਮੰ ਉਦਰਨੰ ਕੁੱਲ ਸਮੂਹਣੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਗੋਬਿੰਦ ਨਿਰੰਕਾਰ ਦਾ ਸਿਮਰਨ ਹੈ, ਉਹਦੀ ਕੀ ਬਰਕਤ ਹੈ। ਇੱਕ ਬਚਨ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਕਿ ਪਰਮਾਤਮਾ ਦੇ ਸਿਮਰਨ ਦੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਅਰਥ ਸਪਸ਼ਟ ਹਨ ਕਿ ਪਰਮਾਤਮਾ ਦਾ ਜਿਹੜਾ ਸਿਮਰਨ ਹੈ ਸਭ ਤੋਂ ਉੱਤਮ ਹੈ, ਉੱਚਾ ਹੈ। ਅਗਲਾ ਬਚਨ ਹੈ ਪ੍ਰਭ ਕੈ ਸਿਮਰਨ ਉਧਰੈ ਮੂਚਾ। ਹੁਣ ਇਹ ਮੂਚਾ ਲਫ਼ਜ਼ ਕਿਉਂਕਿ ਆਮ ਭਾਸ਼ਾ 'ਚ ਸਾਡੀ 'ਚ ਨਹੀਂ ਆਉਂਦਾ, ਜਿਸ ਕਰਕੇ ਸਾਨੂੰ ਨਹੀਂ ਪਤਾ ਮੂਚਾ ਦਾ ਕੀ ਭਾਵ ਹੈ। ਪੜ੍ਹਿਆ ਆਪ ਜੀ ਨੇ ਬੜੀ ਵਾਰ ਹੋਏਗਾ। ਮੂਚੇ ਦਾ ਭਾਵ ਹੈ ਗਰੁੱਪ, ਬਹੁਤ ਜ਼ਿਆਦਾ। ਪ੍ਰਭ ਕੈ ਸਿਮਰਨ ਉਧਰੈ ਮੂਚਾ ਭਾਵ ਕਈ ਜੀਵ, ਇੱਕ ਨਹੀਂ ਅਨੇਕਾਂ। ਸਿਮਰਨ ਦੀ ਬਰਕਤ ਦੇ ਨਾਲ ਅਨੇਕਾਂ ਦਾ ਉਧਾਰ ਹੁੰਦਾ ਹੈ। ਤੇ ਮਹਾਰਾਜ ਇੱਥੇ ਕਹਿੰਦੇ ਹਨ, ਸਿਮਰਨੰ ਗੋਬਿੰਦ ਨਾਮੰ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਸਿਮਰਨ ਸਦਕਾ ਉਦਰਨੰ ਕੁੱਲ ਸਮੂਹਣੈ, ਕੁੱਲਾਂ ਦਾ, ਸਮੂਹਾਂ ਦਾ, ਕਈਆਂ ਦਾ ਉਧਾਰ ਹੁੰਦਾ ਹੈ ਸਿਮਰਨ ਦੀ ਬਰਕਤ ਦੇ ਨਾਲ। ਪਰ ਜਿਹੜਾ ਸਿਮਰਨ, ਜਿਹੜਾ ਨਾਮ ਸਾਡੀਆਂ ਕੁੱਲਾਂ ਦਾ, ਅਨੇਕਾਂ ਦਾ ਉਧਾਰ ਕਰਨ ਵਾਲਾ ਹੈ, ਉਹ ਸਿਮਰਨ ਦੀ, ਉਹ ਨਾਮ ਦੀ ਦਾਤ ਮਿਲਦੀ ਕਿੱਥੋਂ ਹੈ। ਲਬਦਿਅੰ ਸਾਧ ਸੰਗੇਣ ਨਾਨਕ ਵਡ ਭਾਗੀ ਪੇਟੰਤ ਦਰਸ਼ਨ ਹੈ। ਇਹ ਦਾਤ ਮਹਾਰਾਜ ਕਹਿੰਦੇ ਮਿਲਦੀ ਹੈ। ਲਬਦਿਅੰ ਦਾ ਭਾਵ ਹੈ ਲੱਭਦੀ ਹੈ, ਪ੍ਰਾਪਤ ਹੁੰਦੀ ਹੈ। ਸਾਧ ਸੰਗੇਣ, ਸਾਧ ਸੰਗਤ 'ਚ ਜੁੜ ਕੇ, ਗੁਰੂ ਕੀ ਸੰਗਤ 'ਚ ਜੁੜ ਕੇ। ਪਰ ਗੁਰੂ ਕੀ ਸੰਗਤ ਕਿੱਦਾਂ ਮਿਲਦੀ ਹੈ। ਵਡਭਾਗੀ ਪੇਟੰਤ ਦਰਸ਼ਨ ਹੈ, ਵੱਡਿਆਂ ਭਾਗਾਂ ਸਦਕਾ ਸੰਗਤ ਦੀ ਦਾਤ ਮਿਲਦੀ ਹੈ। ਤੇ ਸੰਗਤ ਦੀ ਬਰਕਤ ਦੇ ਨਾਲ ਅੱਗੇ ਨਾਮ ਦੀ ਰੰਗਤ ਮਨ ਤੇ ਚੜ੍ਹਦੀ ਹੈ। ਤੇ ਨਾਮ ਦੀ ਰੰਗਤ ਦੇ ਨਾਲ ਅੱਗੇ ਜੀਵ ਆਪ ਵੀ ਪਾਰ ਲੰਘਦਾ ਤੇ ਹੋਰ ਵੀ ਕਈਆਂ ਦਾ ਪਾਰ ਉਤਾਰਾ ਕਰਦਾ ਹੈ। ਜਪਜੀ ਸਾਹਿਬ ਦੇ ਅਖੀਰ 'ਚ ਆਪਾਂ ਬਚਨ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ। ਜਿਨੇ ਵਾਹਿਗੁਰੂ ਦਾ ਨਾਮ ਧਿਆਇਆ, ਕਮਾਈ ਕੀਤੀ ਸਿਮਰਨ ਦੀ, ਉਹ ਫਿਰ ਇਸ ਘਾਲਣਾ ਕਮਾਈ ਸਦਕਾ ਪਾਰ ਲੰਘ ਗਿਆ। ਨਾਨਕ ਤੇ ਮੁਖ ਉਜਲੇ, ਸਿਮਰਨ ਕਰਨ ਵਾਲੇ ਦਾ ਮੁਖ ਹੋ ਗਿਆ ਉਜਲਾ, ਕਿਉਂਕਿ ਸਿਮਰਨ ਦਾ, ਨਾਮ ਦਾ ਧਨ ਉਹਦੇ ਕੋਲ ਹੈ। ਬਾਣੀ 'ਚ ਦੂਜਾ ਪੱਖ ਵੀ ਗੁਰੂ ਨੇ ਰੱਖਿਆ ਹੈ। ਸਾਰੇ ਮਹਾਰਾਜ ਕਹਿੰਦੇ ਮੁਖ ਉਜਲਾ ਲੈ ਕੇ ਨਹੀਂ ਜਾਂਦੇ ਹਨ। ਫਰੀਦਾ ਤਿੰਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਉ। ਆਪਾਂ ਸੁਖਮਨੀ ਸਾਹਿਬ 'ਚ ਵੀ ਪੜ੍ਹਦੇ ਹਾਂ, ਹਰ ਕੇ ਨਾਮ ਬਿਨਾ ਧਨ ਅੰਧ, ਮੁਖ ਆਵਤ ਤਾਂ ਕੈ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਇਹ ਹਾਲਤ ਹੈ ਉਸ ਮਨੁੱਖ ਦੀ ਜਿਹੜਾ ਇਬਾਦਤ ਬੰਦਗੀ ਨਾਮ ਤੋਂ ਟੁੱਟਾ ਹੈ। ਪਰ ਜਿਹੜਾ ਜੁੜਿਆ ਹੈ ਨਾਨਕ ਤੇ ਮੁਖ ਉਜਲੇ, ਇਹ ਜਿਹੜਾ ਸ਼ਲੋਕ ਹੈ ਨਾ ਜਪਜੀ ਸਾਹਿਬ ਦੇ ਅਖੀਰ ਤੇ ਆਉਂਦਾ, ਇਹ ਸ਼ਲੋਕ ਵੀ ਗੁਰੂ ਗ੍ਰੰਥ ਸਾਹਿਬ 'ਚ 2 ਵਾਰੀ ਆਇਆ ਹੈ। ਜਪਜੀ ਸਾਹਿਬ ਦੇ ਅਖੀਰ ਤੇ ਬਸ ਇੰਨਾ ਹੈ ਕਿ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਇੱਥੋਂ ਸ਼ੁਰੂ ਹੋ ਗਿਆ। ਇਹ ਸ਼ਲੋਕ ਦੂਜੀ ਵਾਰ ਗੁਰੂ ਗ੍ਰੰਥ ਸਾਹਿਬ ਜੀ 'ਚ ਆਉਂਦਾ ਹੈ ਮਾਝ ਰਾਗ ਦੀ ਵਾਰ 'ਚ, ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦੇ 142 ਅੰਗ 'ਤੇ ਹੈ। ਉੱਥੇ ਇਸ ਸ਼ਲੋਕ ਦੇ ਸਰਲੇਖ ਦੇ ਵਿੱਚ ਇਕੱਲਾ ਸ਼ਲੋਕ ਨਹੀਂ ਹੈ, ਨਾਲ ਹੈ ਸ਼ਲੋਕ ਮਹਿਲਾ ਦੂਜਾ। ਉੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਮ ਦੇ ਸਰਲੇਖ ਹੇਠ ਇਹ ਸ਼ਲੋਕ ਅੰਕਿਤ ਹੈ। ਤੇ ਫਰਕ ਕੀ ਹੈ, ਇੱਥੇ ਆਪਾਂ ਪੜ੍ਹਦੇ ਹਾਂ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉੱਥੇ ਜਿਹੜਾ ਦੂਜੀ ਵਾਰ ਇਹ ਸ਼ਲੋਕ ਮਹੱਲਾ ਦੂਜਾ ਦੇ ਸਰਲੇਖ ਅਧੀਨ ਆਇਆ ਹੈ, ਉੱਥੇ ਹੈ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਉੱਥੇ ਨਾਲ ਹੋਰ ਵੀ ਆਇਆ ਹੈ।
ਦੂਜੀ ਥਾਂ 'ਤੇ ਕੁਝ ਫਰਕ ਹੈ। ਜਿੱਦਾਂ ਸੋਦਰ ਵਾਲੀ ਪੌੜੀ ਆਪਾਂ ਜਪਜੀ ਸਾਹਿਬ 'ਚ ਵੀ ਪੜ੍ਹਦੇ ਹਾਂ, ਇਹ ਪੌੜੀ ਸੋਦਰ ਰਹਿਰਾਸ 'ਚ ਵੀ ਆਉਂਦੀ ਹੈ। ਅਤੇ ਇਹ ਸ਼ਬਦ ਫਿਰ ਜਿੱਥੇ ਅੱਗੇ ਆਸਾ ਰਾਗ ਦੀ ਆਰੰਭਤਾ ਹੁੰਦੀ ਹੈ, ਉੱਥੇ ਫਿਰ ਇਹ ਤੀਜੀ ਵਾਰ ਫਿਰ ਇਹ ਸੋਦਰ ਵਾਲਾ ਸ਼ਬਦ ਆਉਂਦਾ ਹੈ। ਅਤੇ ਤਿੰਨਾਂ ਥਾਵਾਂ 'ਤੇ ਇਸ ਸ਼ਬਦ ਦੇ ਵਿੱਚ ਕੁਝ ਫਰਕ ਹੈ। ਬਲਕਿ ਜਿੰਨੇ ਆਪਾਂ ਸੋਦਰ ਦੇ ਸ਼ਬਦ ਪੜ੍ਹਦੇ ਹਾਂ, ਸਾਰੇ ਗੁਰੂ ਗ੍ਰੰਥ ਸਾਹਿਬ ਜੀ 'ਚ 2 ਵਾਰ ਆਏ ਹਨ। ਸੋਦਰ ਤੋਂ ਲੈ ਕੇ ਤੇ ਜਿੱਥੇ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ, ਇੱਥੋਂ ਤੱਕ ਦੇ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ 2 ਵਾਰ ਆਏ ਅਤੇ ਸਾਰੀਆਂ ਸ਼ਬਦਾਂ ਦਾ ਦੂਜੀ ਵਾਰ 'ਚ ਫਰਕ ਹੈ। ਸੋਲਾ ਸਾਹਿਬ ਵਾਲੇ ਜਿਹੜੇ ਸ਼ਬਦ ਹਨ, ਉਹ ਵੀ ਸਾਰੇ 5 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਫੇਰ ਆਉਂਦੇ ਹਨ। ਇੱਕ ਸੋਲਾ ਦੇ ਸਰਲੇਖ ਅਧੀਨ, ਉਦੋਂ ਬਾਅਦ ਰਾਗਾਂ ਦੇ ਵਿੱਚ ਵੀ ਇਹ ਸ਼ਬਦ ਹਨ, ਪਰ ਥੋੜ੍ਹਾ ਫਰਕ ਵੀ ਹੈ ਨਾਲ ਦੀ ਨਾਲ। ਖੈਰ, ਮਹਾਰਾਜ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ। ਜਪਣ ਵਾਲਿਆਂ ਦਾ ਆਪਣਾ ਮੁਖ ਤੇ ਉਜਲਾ ਹੁੰਦਾ ਹੈ। ਕੇਤੀ ਛੁੱਟੀ ਨਾਲ, ਇਹ ਕੇਤੀ ਛੁੱਟੀ ਨਾਲ ਦਾ ਭਾਵ ਹੈ ਉਹ ਆਪ ਤਾਂ ਛੁੱਟਦੇ ਹੀ ਛੁੱਟਦੇ ਹਨ, ਮੁਕਤ ਹੁੰਦੇ ਹੀ ਹੁੰਦੇ ਹਨ। ਉਹ ਜਪਣ ਵਾਲੇ, ਕਮਾਈ ਵਾਲੇ ਹੋਰ ਵੀ ਕਈਆਂ ਦਾ ਨਾਲ ਦੀ ਨਾਲ ਉਧਾਰ ਕਰ ਦਿੰਦੇ ਹਨ। ਜਿਵੇਂ ਬੇੜਾ ਹੈ, ਗੁਰੂ ਨੂੰ ਬੇੜਾ ਕਿਹਾ ਗਿਆ ਹੈ, ਵਾਹਿਗੁਰੂ ਦੇ ਨਾਮ ਨੂੰ ਵੀ ਬੇੜਾ ਕਿਹਾ ਗਿਆ ਹੈ, ਕਰਨੀ ਵਾਲੇ, ਕਮਾਈ ਵਾਲੇ ਗੁਰਸਿੱਖ ਨੂੰ ਵੀ ਬੇੜਾ ਕਿਹਾ ਹੈ, ਜਹਾਜ਼ ਕਿਹਾ ਹੈ। ਅਤੇ ਬੇੜਾ ਫਿਰ ਇਕੱਲਾ ਮਲਾਹ ਹੀ ਬੇੜੇ ਤੋਂ ਪਾਰ ਨਹੀਂ ਜਾਂਦਾ ਹੈ, ਜਾਂ ਬੇੜਾ ਆਪ ਹੀ ਇੱਧਰੋਂ ਉੱਧਰਲੇ ਪਾਸੇ ਨਹੀਂ ਜਾਂਦਾ, ਕਿੰਨੇ ਨਾਲ ਵਿੱਚ ਉਹ ਮੁਸਾਫਰ ਬਿਠਾ ਕੇ ਪਾਰ ਲੰਘਾ ਦਿੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਾਲਕ ਦਾ ਨਾਮ ਵੀ ਉਹ ਜਹਾਜ਼ ਹੈ, ਜਿਹੜਾ ਇਸ ਬੇੜੇ 'ਤੇ ਚੜ੍ਹਦਾ ਗਿਆ ਉਹ ਪਾਰ ਲੰਘਦਾ ਗਿਆ। ਅਤੇ ਜਪਣ ਵਾਲਾ ਆਪ ਵੀ ਬੇੜਾ ਹੈ, ਉਹ ਆਪ ਤਰਦਾ ਅਤੇ ਦੂਜਿਆਂ ਨੂੰ ਤਾਰਦਾ ਹੈ। ਮੰਨੈ ਤਰੈ ਤਾਰੇ ਗੁਰਸਿੱਖ। ਪਰ ਇਹ ਸਾਰੀ ਖੇਡ ਪਹਿਲਾਂ ਭਾਗਾਂ ਸਦਕਾ ਸੰਗਤ ਦੀ ਰੰਗਤ ਮਨ 'ਤੇ ਚੜ੍ਹਨੀ ਨਾਮ ਬਾਣੀ ਦੀ, ਉਦੋਂ ਬਾਅਦ ਫਿਰ ਅੱਗੇ ਉਧਾਰ ਹੁੰਦਾ ਹੈ। ਇਦੋਂ ਅੱਗੇਲੇ ਸਲੋਕ 'ਚ ਮਹਾਰਾਜ ਪ੍ਰਮਾਣ ਕਰਦੇ ਹਨ, ਸਰਬ ਦੋਖ ਪਰੰ ਤਿਆਗੀ, ਸਰਬ ਧਰਮ ਦਿਰੜੰਤਣੈ। ਇਹ ਵੇਖੋ ਸ਼ਬਦ ਦਿਰੜੰਤਣੈ ਦੇ ਅੱਗੇ 2 ਬਿੰਦੀਆਂ ਲੱਗੀਆਂ ਹਨ। ਇਹ ਅੱਗੇ ਵੀ ਇੱਦਾਂ ਦੇ 3 ਸ਼ਬਦ ਹੋਰ, ਇਹ 4 ਅੱਖਰ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਹਨ, ਇਸੇ ਬਾਣੀ 'ਚ ਹੀ ਹਨ। ਇਹ ਜਿਹੜੀਆਂ 2 ਬਿੰਦੀਆਂ ਲੱਗੀਆਂ ਹਨ, ਇਹਨਾਂ ਨੂੰ ਕਿਹਾ ਜਾਂਦਾ ਹੈ ਵਿਸਰਗਾਂ ਵਿਆਕਰਨ ਦੇ ਵਿੱਚ। ਅਤੇ ਇਹ ਜਦੋਂ ਆਪਾਂ ਇਹਦਾ ਉਚਾਰਨ ਕਰਨਾ ਹੁੰਦਾ ਹੈ, ਅਤੇ ਜਿਹੜੇ ਅੱਖਰ ਤੋਂ ਬਾਅਦ ਇਹ ਵਿਸਰਗਾਂ, ਇਹ 2 ਬਿੰਦੀਆਂ ਲੱਗੀਆਂ ਹਨ, ਉਦੋਂ ਅੱਗੇ ਹਾਹਾ ਲਗਾ ਕੇ, ਹਾਹੇ ਨੂੰ ਸਿਹਾਰੀ ਲਗਾ ਕੇ ਹਲਕੀ ਆਵਾਜ਼ ਦੇ ਵਿੱਚ ਪੜ੍ਹਨਾ ਹੈ। ਦਿਰੜੰਤਣੈ। ਮਹਾਰਾਜ ਕਹਿੰਦੇ ਸਰਬ ਦੋਖ ਪਰੰ ਤਿਆਗੀ। ਜਿਹੜਾ ਮਨੁੱਖ ਆਪਣੇ ਜੀਵਨ 'ਚੋਂ ਦੋਖ ਭਾਵ ਵਿਕਾਰ, ਅਵਗਣਾ, ਘਾਟਾਂ ਆਦਿਕ ਪਰੰ ਤਿਆਗੀ ਪੂਰੀ ਤਰ੍ਹਾਂ ਤਿਆਗਦਾ ਹੈ, ਚੰਗੀ ਤਰ੍ਹਾਂ ਤਿਆਗਦਾ ਹੈ। ਅਤੇ ਸਰਬ ਧਰਮ ਦਿਰੜੰਤਣੈ। ਜਿਹੜੇ ਆਪਣੇ ਫਰਜ਼ ਹਨ, ਧਰਮ ਦਾ ਮਤਲਬ ਹੈ ਫਰਜ਼। ਗੁਰੂ ਬਾਣੀ 'ਚ ਧਰਮ ਦੀ ਪਰਿਭਾਸ਼ਾ ਦਿੰਦੇ ਹਨ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਦਾ ਨਾਮ ਜਪਣਾ ਸਾਡਾ ਫਰਜ਼ ਹੈ, ਸਾਡਾ ਮਨੋਰਥ ਹੈ। ਚੰਗੇ ਕਰਮ ਕਰਨੇ ਸਾਡਾ ਫਰਜ਼ ਹੈ, ਸਾਡੇ ਜੀਵਨ ਦਾ ਮਨੋਰਥ ਹੈ। ਮਹਾਰਾਜ ਕਹਿੰਦੇ ਉਹ ਮਨੁੱਖ ਆਪਣੇ ਜੀਵਨ 'ਚੋਂ ਸਾਰੀਆਂ ਘਾਟਾਂ ਨੂੰ, ਦੋਖਾਂ ਨੂੰ ਖਤਮ ਕਰ ਲੈਂਦਾ ਹੈ। ਆਪਣੇ ਜੀਵਨ ਦੇ ਫਰਜ਼ਾਂ ਦੇ ਪ੍ਰਤੀ ਉਹ ਐਨ ਸੁਚੇਤ ਹੋ ਕੇ ਸਾਰੇ ਦੇ ਸਾਰੇ ਜੀਵਨ ਦੇ ਫਰਜ਼ ਪੂਰੇ ਕਰਦਾ ਹੈ। ਕੌਣ? ਲਬਦੇਣ ਸਾਧ ਸੰਗੇਣ, ਨਾਨਕ ਮਸਤਕ ਲਿਖਿਆਣ। ਸਾਹਮਣੇ ਜਿਹੜਾ ਬੋਰਡ 'ਤੇ ਉੱਪਰ ਆਪ ਲਿਖਿਆ ਪੜ੍ਹ ਰਹੇ ਹੋ, ਉਹਦੇ 'ਚ ਥੋੜ੍ਹੀ ਗਲਤੀ ਹੈ। ਉਹ ਸੌਫਟਵੇਅਰ ਵਾਲਿਆਂ ਨੇ ਨਾਣੇ ਦੇ ਪੈਰ ਦੇ ਵਿੱਚ ਉਹ ਮਾਤਰਾ ਲਾਈ ਹੈ, ਪਰ ਅਸਲ 'ਚ ਗੁਰੂ ਗ੍ਰੰਥ ਸਾਹਿਬ 'ਚ ਇਹ ਖੱਖੇ ਦੇ ਥੱਲੇ ਮਾਤਰਾ ਹੈ। ਅਤੇ ਇਸ ਸ਼ਬਦ ਦਾ ਜਿਹੜਾ ਉਚਾਰਨ ਹੈ, ਲੱਲੇ ਦੇ ਸਿਹਾਰੀ ਲੱਗੀ ਹੈ, ਖੱਖੇ ਦੇ ਸਿਹਾਰੀ ਲਗਾ ਕੇ ਐੜਾ ਅਤੇ ਨਾਣਾ, ਫਿਰ ਅੱਗੇ ਹਾਹੇ ਸਿਹਾਰੀ ਲਗਾ ਕੇ ਕੀਤਾ ਜਾਣਾ ਹੈ। ਲਿਖਿਆਣ ਹੈ। ਮਹਾਰਾਜ ਕਹਿੰਦੇ ਜਿਹਦੇ ਮੱਥੇ 'ਤੇ ਮਾਲਕ ਵੱਲੋਂ ਚੰਗੇ ਭਾਗ, ਚੰਗੇ ਕਰਮ ਲਿਖੇ ਹਨ,
ਤੇ ਜਿਸ ਮਨੁੱਖ ਨੂੰ ਸਾਧ ਸੰਗਤ ਦੀ ਦਾਤ ਮਿਲਦੀ ਹੈ, ਉਹ ਮਨੁੱਖ ਜਿੱਥੇ ਆਪਣੇ ਜੀਵਨ ਦੇ ਫਰਜ਼ਾਂ ਪ੍ਰਤੀ, ਧਰਮ ਪ੍ਰਤੀ ਸੁਚੇਤ ਹੁੰਦਾ ਹੈ, ਸੰਪੰਨ ਹੁੰਦਾ ਹੈ, ਉੱਥੇ ਉਹ ਮਨੁੱਖ ਆਪਣੇ ਜੀਵਨ 'ਚੋਂ ਹਰ ਤਰ੍ਹਾਂ ਦੇ ਦੁੱਖ, ਹਰ ਤਰ੍ਹਾਂ ਦੇ ਅਵਗਣ, ਵਿਕਾਰ ਆਦਿਕ ਖਤਮ ਕਰ ਲੈਂਦਾ ਹੈ। ਇੱਦੋਂ ਅੱਗੇ 23 ਨੰਬਰ ਸ਼ਲੋਕ 'ਚ ਮਹਾਰਾਜ ਫਰਮਾਨ ਕਰਦੇ ਹਨ, ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ। ਫਿਰ ਵਿਸਰਗਾਂ ਇਹ ਮਾਤਰਾ ਲੱਗੀ ਹੈ, ਨਾਣੇ ਤੋਂ ਅੱਗੇ ਹਾਹਾ ਹਾਹੇ ਦੇ ਸਿਹਾਰੀ ਲਗਾ ਕੇ ਪੜ੍ਹਨਾ, ਸੰਪੂਰਨ ਹੈ। ਅਕਾਲ ਪੁਰਖ ਵਾਹਿਗੁਰੂ ਮਹਾਰਾਜ ਕਹਿੰਦੇ ਉਹ ਪਹਿਲਾਂ ਵੀ ਮੌਜੂਦ ਸੀ, ਉਹ ਹੁਣ ਵੀ ਹੈ, ਉਹਨੇ ਆਉਣ ਵਾਲੇ ਸਮੇਂ 'ਚ ਵੀ ਰਹਿਣਾ ਹੈ। ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਜਾਂ ਆਪਾਂ ਜਪਜੀ ਸਾਹਿਬ ਦੇ ਆਰੰਭ 'ਚ ਪੜ੍ਹਦੇ ਹਾਂ, ਆਦ ਸੱਚ। ਆਦ ਮਤਲਬ ਹੈ ਬਿਲਕੁਲ ਆਰੰਭ, ਮੁੱਢ। ਪਰਮਾਤਮਾ ਮੁੱਢ ਤੋਂ ਸੱਚ, ਸੱਚ ਦਾ ਭਾਵ ਹੈ ਮੌਜੂਦ ਹੈ, ਹਾਜ਼ਰ ਹੈ। ਉਸੇ ਨਹੀਂ ਤੇ ਕੁਦਰਤ ਦਾ ਮੁੱਢ ਬੰਨਿਆ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜ ਕੇ ਕਰ ਆਸਨ ਡਿਠੋ ਚਾਓ। ਆਦ ਸੱਚ, ਜੁਗਾਦ ਸੱਚ। ਜੁਗਾਂ ਦੇ ਮੁੱਢ ਤੋਂ ਜਦੋਂ ਤੋਂ ਮਨੁੱਖ ਨੂੰ ਸਮੇਂ ਦੀ ਸਮਝ ਪਈ, ਇਹਨੇ ਸਮੇਂ ਦੀ ਗਿਣਤੀ ਮਿਣਤੀ ਕਰਨੀ ਸ਼ੁਰੂ ਕੀਤੀ। ਮਹਾਰਾਜ ਕਹਿੰਦੇ ਪਰਮਾਤਮਾ ਉਦੋਂ ਵੀ ਪਹਿਲਾਂ ਦਾ ਮੌਜੂਦ ਹੈ, ਕਿਉਂਕਿ ਉਹ ਆਦਿ ਤੋਂ ਹੈ। ਜੁਗਾਦ ਸੱਚ ਹੈ ਪੀ ਸੱਚ, ਉਹ ਅੱਜ ਵੀ ਹੈ। ਨਾਨਕ ਹੋਸੀ ਪੀ ਸੱਚ। ਕੱਲ੍ਹ ਨੂੰ ਹੋ ਸਕਦਾ ਹੈ ਸਾਰੀ ਇਹ ਜਿਹੜੀ ਬਾਹਰ ਦੀ ਦ੍ਰਿਸ਼ਟਮਾਨ ਖੇਡ ਹੈ, ਇਹ ਬਿਨ ਸਜਾਏ ਸਾਰਾ ਕੁਝ ਮੁੱਕ ਸਕਦਾ ਹੈ। ਜੇ ਕਿਸੇ ਨੇ ਨਹੀਂ ਮੁੱਕਣਾ ਹੈ, ਉਹ ਕੌਣ ਹੈ? ਅਕਾਲ ਪੁਰਖ ਪਰਮਾਤਮਾ ਵਾਹਿਗੁਰੂ। ਮਹਾਰਾਜ ਕਹਿੰਦੇ ਹਰਨ ਪਰਨ ਸੰਪੂਰਨ ਹੈ। ਹਰਨ ਦਾ ਭਾਵ ਹੈ ਨਾਸ਼ ਕਰਨ ਵਾਲਾ, ਭਰਨ ਦਾ ਭਾਵ ਹੈ ਭਰਨ ਵਾਲਾ, ਪਾਲਣ ਵਾਲਾ। ਸੰਪੂਰਨ ਭਾਵ ਪੂਰਾ ਵਿਆਪਕ। ਉਹ ਵਾਹਿਗੁਰੂ ਜਿਹੜਾ ਹੈ ਪੀ ਹੋਸੀ ਹੈ, ਹਮੇਸ਼ਾ ਰਹਿਣ ਵਾਲਾ ਹੈ। ਉਹ ਸਭ ਨੂੰ ਪਾਲਣ ਵਾਲਾ ਵੀ ਹੈ, ਭਾਵ ਜਨਮ ਤੇ ਜੀਵਨ ਦੀ ਪਾਲਣਾ ਵੀ ਉਸੇ ਦੇ ਹੱਥ ਹੈ, ਤੇ ਇਸ ਜੀਵਨ ਦਾ ਅੰਤ ਕਰਨਾ, ਜੀਵਨ ਨੂੰ ਸਮਾਪਤ ਕਰਨਾ, ਇਹ ਵੀ ਉਹਦੇ ਹੱਥ ਹੈ। ਉਹ ਜਦੋਂ ਚਾਹੇ ਪੈਦਾ ਕਰ ਸਕਦਾ ਹੈ, ਜਦੋਂ ਚਾਹੇ ਉਹ ਸੰਕੋਚ ਸਕਦਾ ਹੈ। ਉਹਦੀ ਖੇਡ ਹੈ। ਮਹਾਰਾਜ ਕਹਿੰਦੇ ਜੈਸੇ ਕਿਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਵਾਢੈ ਪ੍ਰਾਨੀ, ਜੋ ਜਨਮੈ ਸੋ ਜਾਨੋ ਮੂਆ। ਜਿਵੇਂ ਕਿਸਾਨ ਹੈ, ਫਸਲ ਬੀਜਦਾ ਹੈ, ਉਹਦੀ ਮਰਜ਼ੀ, ਉਹਨੇ ਕਦੋਂ ਬੀਜਣੀ, ਕਦੋਂ ਵੱਢਣੀ। ਇਸੇ ਤਰ੍ਹਾਂ ਸੰਸਾਰ ਦੇ ਅਸੀਂ ਜੀਵ ਵਾਹਿਗੁਰੂ ਦੀ ਖੇਡ ਹਾਂ, ਕਿਸਾਨੀ ਖੇਤੀ ਹਾਂ। ਜਦੋਂ ਚਾਹੇ ਜਨਮ ਦੇ ਸਕਦਾ, ਪਾਲ ਸਕਦਾ, ਪੈਦਾ ਕਰ ਸਕਦਾ, ਜਦੋਂ ਚਾਹੇ ਉਹ ਕੱਟ ਸਕਦਾ, ਖਤਮ ਕਰ ਸਕਦਾ। ਉਹਦੇ ਹੱਥ ਦੇ ਵਿੱਚ ਹੈ ਸਾਡਾ ਆਉਣਾ ਵੀ, ਸਾਡਾ ਜਾਣਾ ਵੀ, ਜੰਮਣਾ ਤੇ ਮਰਨਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ। ਮਹਾਰਾਜ ਕਹਿੰਦੇ ਜਿਹੜੇ ਪਿਆਰੇ ਉਹਦੇ ਨਾਲ ਜੁੜ ਗਏ, ਉਹਨਾਂ ਨੂੰ ਸਮਝੋ ਉਹ ਵੀ ਸਤ ਹਨ ਵਡਿਆਈਆਂ ਕਰਕੇ। ਤੇ ਉਹਨਾਂ ਦੀ ਸੰਗਤ ਦੇ ਵਿੱਚ ਜੁੜ ਕੇ ਹੀ ਸਾਡੀ ਪਰਮਾਤਮਾ ਦੇ ਨਾਲ ਪ੍ਰੀਤ ਬਣ ਸਕਦੀ ਹੈ। ਗੁਰੂ ਦੀ ਸੰਗਤ ਦੇ ਵਿੱਚ ਜੁੜ ਕੇ ਵਾਹਿਗੁਰੂ ਦੇ ਨਾਲ ਪ੍ਰੀਤ ਬਣਦੀ ਹੈ, ਕਿਉਂਕਿ ਗੁਰੂ ਵੀ ਸਤ ਹੈ ਤੇ ਪਰਮਾਤਮਾ ਵੀ ਸਤ ਹੈ। ਗੁਰ ਪਰਮੇਸ਼ਰ ਏਕੋ ਜਾਣ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ। ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਕਿਉਂਕਿ ਉਹ ਵਾਹਿਗੁਰੂ ਆਪ ਹੀ ਜੋਤ ਰੂਪ ਹਰ ਆਪ। ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਬਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮੈ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ, ਕਹਿ ਮਥਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ, ਪੁਰਖ ਗੁਰੂ ਅਰਜਨ ਪਿੱਖੋ ਨੈਣ। ਉਹ ਕਿਵੇਂ ਫਿਰ ਗੁਰੂ ਅਰਜਨ ਨਿਰੰਕਾਰ ਰੂਪ ਬਣੇ? ਕਿਉਂਕਿ ਅੰਦਰ ਨਿਰੰਕਾਰ ਦੀ ਜੋਤ ਆ ਕੇ ਵਰਤੀ। ਉਹ ਜੋਤ ਫਿਰ ਅੱਗੇ ਚੱਲੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਜੋਤ ਅੱਗੇ ਤੋਂ ਅੱਗੇ, ਤੇ ਜਿਹੜੇ ਸਰੀਰ ਅੰਦਰ ਜੋਤ ਵਰਤੀ, ਉਹ ਸਰੀਰ ਨੂੰ ਵੀ ਨਮਸਕਾਰਾਂ ਹੋਈਆਂ, ਪਰ ਅਸਲ ਦੇ ਵਿੱਚ ਗੁਰੂ ਅੰਦਰ ਵਰਤਦੀ ਜੋਤ ਹੈ। ਉਹੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਡੇ ਕੋਲ ਹਾਜ਼ਰ ਨਾਜ਼ਰ ਗੁਰੂ ਹਨ, ਸਾਡੇ ਜਿਹੜੇ ਹਮੇਸ਼ਾ ਸਾਨੂੰ ਅਗਵਾਈ ਦਿੰਦੇ ਨੇ। ਤੇ ਗੁਰੂ ਦੀ ਅਗਵਾਈ ਸਦਕਾ ਹੀ, ਗੁਰੂ ਦੀ ਕਿਰਪਾ ਸਦਕਾ ਹੀ ਸਾਡੀ ਵਾਹਿਗੁਰੂ ਦੇ ਨਾਲ ਪ੍ਰੀਤ, ਸਾਂਝ ਤੇ ਅਭੇਦਤਾ, ਇੱਕ ਮਿਕਤਾ ਬਣ ਸਕਦੀ ਹੈ।
ਇਦੋਂ ਅੱਗੇ ਅਖੀਰਲੇ ਸਲੋਕ 'ਚ ਮਹਾਰਾਜ ਪ੍ਰਮਾਣ ਕਰਦੇ ਹਨ, ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣੈ। ਰੰਗਣਾ ਸ਼ਬਦ ਫੇਰ ਵਿਸਰਗਾਂ ਲੱਗੀਆਂ ਹਨ, ਹਾਹਾ ਲਗਾ ਕੇ ਸਿਹਾਰੀ ਲਗਾ ਕੇ ਪੜ੍ਹਿਆ ਜਾਣਾ ਹੈ ਰੰਗਣੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਸੰਸਾਰ ਅੰਦਰ ਮਾਇਆ ਦਾ ਬਹੁਤ ਪ੍ਰਭਾਵ ਹੈ ਅਤੇ ਮਾਇਆ ਦੇ ਪ੍ਰਭਾਵ ਕਰਕੇ ਲੋਕ ਬੜੇ ਮਿੱਠੇ ਬੋਲ ਬੋਲਦੇ ਹਨ, ਮਾਇਆ ਵੀ ਸਵਾਰਥ ਕਰਕੇ। ਮਿੱਠੇ ਬੋਲਾਂ ਦੇ ਨਾਲ ਹਾਲਾਂਕਿ ਪਿੱਛੇ ਭਾਵਨਾ ਤੇ ਜ਼ਹਿਰ ਵਾਲੀ ਹੁੰਦੀ ਹੈ, ਪਰ ਬਾਹਰੋਂ ਮਿੱਠਾ ਬੋਲ ਕੇ ਦੂਜਿਆਂ ਨੂੰ ਠੱਗਿਆ ਜਾਂਦਾ ਹੈ। ਅਤੇ ਗੁਰੂ ਕਹਿੰਦੇ ਮਾਇਆ ਦਾ ਰੰਗ ਕਸੁੰਭ ਦੇ ਰੰਗ ਦੀ ਤਰ੍ਹਾਂ ਹੈ। ਕਸੁੰਭ ਦਾ ਰੰਗ ਬਿਲਕੁਲ ਕੱਚਾ ਰੰਗ ਹੁੰਦਾ ਹੈ। ਹੱਥ ਨਾ ਲਾਈ ਕਸੁੰਭੜੈ ਜਲ ਜਾਸੀ ਢੋਲਾ। ਅਤੇ ਕਸੁੰਭ ਦਾ ਫੁੱਲ ਨੂੰ ਮਾੜਾ ਜਿਹਾ ਹੱਥ ਵੀ ਲੱਗ ਗਿਆ ਉਸੇ ਵਕਤ ਉਹ ਮੁਰਝਾ ਜਾਂਦਾ। ਬਾਣੀ 'ਚ ਦੋ ਰੰਗਾਂ ਦੀ ਗੱਲ ਕੀਤੀ ਹੈ, ਮਜੀਠ ਦਾ ਰੰਗ ਅਤੇ ਕਸੁੰਭ ਦਾ ਰੰਗ। ਮਚੀਠ ਦੇ ਰੰਗ ਨੂੰ ਪੱਕਾ ਰੰਗ ਕਿਹਾ ਗਿਆ ਹੈ, ਕਸੁੰਭ ਨੂੰ ਕੱਚਾ ਰੰਗ ਕਿਹਾ ਗਿਆ। ਇਸੇ ਤਰ੍ਹਾਂ ਇਹਨੂੰ ਦੂਜੇ ਸ਼ਬਦਾਂ 'ਚ ਮਹਾਰਾਜ ਨੇ ਲਾਲ ਰੰਗ ਅਤੇ ਸੂਹਾ ਰੰਗ ਵੀ ਕਿਹਾ ਹੈ। ਸੂਹੇ ਰੰਗ ਨੂੰ ਕੱਚਾ ਰੰਗ ਕਿਹਾ ਹੈ, ਲਾਲ ਰੰਗ ਨੂੰ ਪੱਕਾ ਰੰਗ ਕਿਹਾ ਹੈ। ਅਤੇ ਮਹਾਰਾਜ ਕਹਿੰਦੇ ਇਹ ਲਾਲ ਰੰਗ ਲੱਗਦਾ ਕਿਹਨੂੰ ਹੈ? ਵੱਡਿਆਂ ਭਾਗਾਂ ਵਾਲੇ ਨੂੰ। ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਬੜ ਭਾਗਾ। ਸੋ ਇੱਥੇ ਮਹਾਰਾਜ ਗੱਲ ਕਰ ਰਹੇ ਨੇ ਮਾਇਆ ਦੇ ਕਸੁੰਭ ਰੰਗ ਦੀ, ਕਿ ਮਨੁੱਖ ਮਾਇਆ ਦੇ ਕੱਚੇ ਰੰਗ 'ਚ ਫਸਿਆ ਹੈ ਅਤੇ ਮਾਇਆ ਦੀ ਬਿਰਤੀ ਕਰਕੇ ਇਹ ਬਾਹਰ ਦੇ ਵਿਖਾਵੇ ਵਾਲੇ ਝੂਠੇ ਬੋਲਾਂ ਦੇ ਵਿੱਚ, ਸਰਲ ਮਿੱਠੇ ਬੋਲਾਂ ਦੇ ਵਿੱਚ ਮਸਤ ਹੈ। ਹਾਲਾਂਕਿ ਉਹ ਮਿੱਠੇ ਬੋਲਾਂ ਦੇ ਵਿੱਚ ਜ਼ਹਿਰ ਹੁੰਦੀ ਹੈ। ਉਹ ਬਾਹਰ ਦੇ ਦਿਸਦੇ ਪੱਕੇ ਰੰਗ ਵੀ ਅੰਦਰ ਤੋਂ ਪੂਰੀ ਤਰ੍ਹਾਂ ਕੱਚੇ ਹੁੰਦੇ ਹਨ ਜਿਨ੍ਹਾਂ 'ਚ ਜੀਵ ਫਸਿਆ ਹੈ। ਅਤੇ ਇਹਦਾ ਕਰਕੇ ਫਿਰ ਹੁੰਦਾ ਕੀ ਹੈ? ਰੋਗ ਸੋਗ ਵਿਯੋਗੰ ਨਾਨਕ ਸੁਖ ਨਾ ਸੁਪਨੈ। ਜਿਹੜਾ ਕੇਵਲ ਮਾਇਆ ਦੇ ਰੰਗ ਤਮਾਸ਼ਿਆਂ 'ਚ ਫਸਿਆ, ਗੁਰੂ ਕਹਿੰਦੇ ਉਹਨੂੰ ਰੋਗ ਵੀ ਵਿਆਪਦੇ ਜੇ, ਉਹਨੂੰ ਸੋਗ ਵੀ ਵਿਆਪਦੇ ਹਨ। ਅਤੇ ਇੱਦਾਂ ਦੇ ਮਾਇਆ 'ਚ ਅਟਕੇ ਹੋਏ ਮਨੁੱਖ ਨੂੰ ਬਾਹਰ ਜਿਉਂਦੇ ਜੀ ਅਤੇ ਸੁੱਖ ਕੀ ਮਿਲਣਾ ਉਹਨੂੰ? ਅਤੇ ਸੁਪਨੇ 'ਚ ਵੀ ਸੁੱਖ ਨਹੀਂ ਮਿਲਦਾ ਹੈ। ਉਹ ਸੁਪਨੇ 'ਚ ਵੀ ਦੁੱਖ ਹੀ ਭੋਗਦਾ ਹੈ ਜਿਹੜਾ ਕੇਵਲ ਮਾਇਆ 'ਚ ਅਟਕਿਆ ਹੈ। ਦੂਜੇ ਪਾਸੇ ਸਤਿਗੁਰੂ ਨੇ ਬਾਣੀ 'ਚ ਉਸ ਪੁਰਖ ਦੀ, ਗੁਰਮੁਖ ਦੀ ਗੱਲ ਕੀਤੀ ਹੈ ਜਿਹੜਾ ਨਾਮ ਬਾਣੀ ਕਰਤੇ ਦੀ ਇਬਾਦਤ 'ਚ ਜੁੜਿਆ ਹੈ। ਉਹ ਫਿਰ ਹਮੇਸ਼ਾ ਸੁਖੀਆ ਸੁਹੇਲਾ ਹੋ ਕੇ ਆਪ ਵੀ